रहबर हे कुल कायनात धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੀ ਪਾਕ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਪਾਕ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਜੁੜ ਬੈਠੇ ਹਾਂ। ਚੱਲ ਰਹੀ ਲੜੀਵਾਰ ਕਥਾ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਅਹਿਮਦਾਬਾਦ ਦੀ ਧਰਤੀ ਤੋਂ ਖੰਡਾਂ ਦੀ ਯਾਤਰਾ ਵੱਲ ਗਏ ਨੇ ਤੇ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ, ਜਿਨ੍ਹਾਂ ਦੇ ਮਨ ਦੇ ਵਿੱਚ ਵਿਚਾਰ ਆਈ ਹੈ ਕਿਉਂ ਨਾ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਜਾਵੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਇਹ ਸਵਾਲ ਕੀਤਾ ਹੈ ਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਸਾਰੀ ਗੱਲਬਾਤ ਜਦੋਂ ਕੀਤੀ ਹੈ ਤੇ ਭਾਈ ਮਰਦਾਨਾ ਜੀ ਦਾ ਮਨ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਹੈ ਕਿ ਮਰਦਾਨਿਆ, ਜੇ ਤੇਰਾ ਮਨ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕਰਦਾ ਹੈ, ਜੇਕਰ ਤੇਰਾ ਮਨ ਆਪਣੇ ਕੁਟੰਬ ਨੂੰ ਮਿਲਣ ਲਈ ਲੋਚਦਾ ਹੈ ਤੇ ਕਿਉਂ ਨਾ ਤੈਨੂੰ ਹੁਣੇ ਹੀ ਤੇਰੇ ਪਰਿਵਾਰ ਦੇ ਕੋਲ ਪਹੁੰਚਾ ਦਈਏ। ਤੇ ਮਰਦਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਬੋਲਿਆ ਏ ਕਿ ਗੁਰੂ ਜੀ, ਹੁਣ ਤੁਸੀਂ ਮੈਨੂੰ ਧੱਕਾ ਦੇ ਰਹੇ ਹੋ, ਹੁਣ ਤੁਸੀਂ ਮੇਰੇ ਤੋਂ ਸਾਥ ਛੁਡਵਾ ਰਹੇ ਹੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਮਰਦਾਨਿਆ, ਤੂੰ ਆਪੇ ਤਾਂ ਕਿਹਾ ਹੈ ਕਿ ਮੇਰਾ ਜਿਹੜਾ ਮਨ ਹੈ ਉਹ ਮੇਰੇ ਪਰਿਵਾਰ ਨੂੰ ਮਿਲਣ ਲਈ ਕਰ ਰਿਹਾ ਹੈ। ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਬਚਨ ਸੁਣ ਕੇ ਚੁੱਪ ਕਰ ਗਿਆ ਤੇ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਬਚਨ ਕੀਤੇ ਨੇ। ਤੇ ਮਰਦਾਨਾ ਬੋਲਿਆ ਏ ਕਿ ਗੁਰੂ ਜੀ, ਹੁਣ ਤਾਂ ਤੁਸੀਂ ਜਿੱਥੇ ਜਾਵੋਗੇ ਮੈਂ ਤੁਹਾਡੇ ਨਾਲ ਹੀ ਜਾਵਾਂਗਾ। ਅਜਿਹੇ ਬਚਨ ਕਰਨ ਤੋਂ ਬਾਅਦ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਪਹਿਲੇ ਖੰਡ ਦੇ ਵਿੱਚ ਪਹੁੰਚੇ ਨੇ, ਜਿੱਥੇ ਉੱਚੇ ਅਸਥਾਨ ਤੇ ਜਾ ਕਰਕੇ ਟਿਕਾਣਾ ਕੀਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਜਿੱਥੇ ਉਹਨਾਂ ਨੂੰ ਕੁਝ ਸ਼ੇਰ ਮਿਲੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਆ ਕਰਕੇ ਸਿਰ ਝੁਕਾਇਆ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸ਼ੇਰਾਂ ਤੇ ਐਸੀ ਕਿਰਪਾ ਕੀਤੀ ਹੈ ਕਿ ਉਹ ਸ਼ੇਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਕਰਕੇ ਸ਼ੇਰਾਂ ਤੋਂ ਮਨੁੱਖੀ ਜੂਨ ਦੇ ਵਿੱਚ ਆ ਗਏ ਨੇ। ਐਸੀ ਕਿਰਪਾ ਕੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸ਼ੇਰਾਂ ਤੇ ਕੀਤੀ ਹੈ। ਅੱਗੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੇ ਖੰਡ ਦੇ ਵਿੱਚ ਪਹੁੰਚੇ ਹਨ। ਉਸ ਖੰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕੌਤਕ ਵਰਤਾ ਰਹੇ ਨੇ। ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿਤ, ਰਸਨਾ ਨੂੰ ਕਰੀਏ ਪਵਿੱਤਰ, ਨਿਮਰਤਾ ਦੇ ਘਰ ਦੇ ਵਿੱਚ ਆਈਏ, ਬੋਲਾਈਏ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਤਕ ਕਾਲ ਤੈ ਕੀਨ ਬਸੇਰਾ, ਆਪਰ ਥਾਨ ਗਮਨੇ ਬਿਨ ਦੇਰਾ। ਪਹਿਲੇ ਖੰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਨੇ ਬਹੁਤ ਸਮਾਂ ਬਿਤਾਇਆ ਹੈ ਤੇ ਜਦੋਂ ਬਹੁਤ ਸਮਾਂ ਬੀਤਿਆ ਏ ਤੇ ਬਿਨਾਂ ਦੇਰੀ ਤੋਂ ਕੀਤੇ ਬਿਨਾਂ ਭਾਈ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਥਾਨ ਤੋਂ ਅੱਗੇ ਜਾਣ ਲਈ ਚੱਲ ਪਏ ਹਨ। ਪਹੁੰਚੇ ਹਿਰਨ ਖੰਡ ਮੈਂ ਜਾਈ,
जह कंचन धरणी सब थाई। हुण गुरु नानक देव जी महाराज दूसरा खंड, जिहदा नाम कवि जी ने हिरन खंड करके दस्या है। जदों गुरु नानक देव जी महाराज उस स्थान ते पहुंचे ने ते की देखिया कि साध संगत जी जिन्नी भी उस खंड दे विच धरती है, वो सारी जिहड़ी जमीन है वो सोने दी बनी हुई है। तह की रीता सुन हो सब भांति, कर ही जोग साधन दिन राती। ते कवि जी कह रहे ने कि उथों दी जिहड़ी शुभ रीति है, जिहड़े उथे कर्म कांड चलते ने, वो तुसी सुनना करो। वो की ने कि जिहड़े उथों दे लोग ने वो दिने रात उस स्थान ते बैठ करके अपनियां इंद्रियां दे स्वास चढ़ा करके जोग साधना जिहड़ी वो करदे हन। रहत तरुण सो मनुज सदाई, कर मैं प्राण न तजै कदाई। ते उन्हां दा मनना सी कि जिहड़ी असी योग साधना करते हाँ, ये योग साधना दे करन दे नाल असी हमेशा जवान रहिंदे हाँ। ते सासंग जी कवि जी लिखते ने उन्हां दा मनना सी कि असी ये जिहड़ा योग करते हाँ, जिहदे नाल असी कदी बुढ़े नहीं होवांगे ते कदी भी अपने घर दे विच अपने प्राण नहीं त्यागांगे। अंत समात न कोज पहुँचे, तब बैठे गिर पर चढ़ ऊचे। ते जदों उन्हां नूं लगदा सी कि साडा हुण अंतला समा आया है, ते की करदे सन, अपने सवासां नूं चढ़ा करके साध संगत जी एक उच्चा पहाड़ है ਉਹਦੇ ਤੇ ਜਾ ਕਰਕੇ बैठ जाते सन। ब्राह्मण अंदर को फोर सुडारे, तह ते अपने प्राण निकारे। ते दसम द्वार है जिहड़ा साडे शरीर दा, कवि जी लिखते ने ਉਹਨੂੰ फोड़ करके ते अपने जिहड़े शरीर दे प्राण ने वो उस पहाड़ ते जा करके त्यागने करते हैं। तिन पुर बिखा जाए गुर बैसे, मानो पान ज्ञान को जैसे। हुण गुरु नानक देव जी महाराज उस स्थान ते जा करके बैठे ने जिथे ये लोग अपने स्वास चढ़ाउंदे ने, जिथे ये लोग साध संगत जी अपने जिहड़ा बुढ़ापा है उन्होंने लुकाउण लई ये कर्म कांड करते ने। ते कवि जी लिखते ने कि जिस स्थान ते गुरु नानक देव जी महाराज जाके बैठे ने, ते मान लो कि वो स्थान इस तरह लग रहा है कि जिवें सारी दुनिया दे विच जिहड़ा सूरज है वो जगमगा करके सारियां नूं रोशनी प्रदान कर रहा होए। बाहो नर बैठे आन समीपा, तब बोले बेदी कुलदीपा। बहुत सारे मनुख गुरु नानक देव जी महाराज जी दे साथ संगत जी लागे आ करके बैठे ने। ते हुण जदों गुरु नानक देव जी महाराज जी ने नजदीक आके ओ लोकां ने वेख्या है, ते गुरु नानक देव जी महाराज जी ने उन्हां नूं कुछ प्रश्न पूछे हन। कैसो तुम उपदेश कमावो, अपने गुर को नाम बतावो। ते गुरु नानक देव जी महाराज कहंदे ने कि तुहाडी जिहड़ी सिक्ख्या है वो किस तरह दी है, किस तरह दा उपदेश है वो तुसी मानदे हो, ते तुहाडा गुरु किहड़ा है जिहड़ा तुहानू अजिही सिक्ख्या दिंदा है।
कहा सो गुर गोरख हम जाना, प्राणायाम उपदेश पछानो। ਉਹਨਾਂ ਨੇ ਦੱਸਿਆ ਹੈ ਕਿ ਗੋਰਖਨਾਥ ਨਾਂ ਦਾ ਇੱਕ ਯੋਗੀ ਹੈ, ਜਿਹਦੀ ਸਾਨੂੰ ਇਹ ਸਿੱਖਿਆ ਹੈ, ਜਿਹਦੀ ਸਿੱਖਿਆ ਦੇ ਨਾਲ ਅਸੀਂ ਇਹ ਪ੍ਰਾਣਾਮ ਭਾਵ ਕੇ ਪ੍ਰਾਣ ਝਾੜ ਦੀ ਜਿਹੜੀ ਕਿਰਿਆ ਉਹ ਕਰਦੇ ਹਾਂ। ਸਾਧਾ ਹੈ ਜੋਗ ਸਦੀਵਤ ਦਾਪੀ, ਮਨ ਕੋ ਸ਼ਾਂਤ ਨ ਆਵਕ ਦਾਪੀ। ਤੇ ਉਹਨਾਂ ਦੀ ਸਿੱਖਿਆ ਨੂੰ ਮੰਨ ਕਰਕੇ ਅਸੀਂ ਇਹ ਯੋਗ ਸਾਧਨਾ ਤਾਂ ਕਰਦੇ ਹਾਂ, ਪਰ ਸਾਡੇ ਮਨ ਨੂੰ ਸ਼ਾਂਤੀ ਫਿਰ ਵੀ ਨਹੀਂ ਮਿਲਦੀ। ਤੇ ਸਾਧ ਸੰਗਤ ਜੀ, ਆਪਾਂ ਜ਼ਿਕਰ ਕਰਦੇ ਆ ਨਾ, ਆਪਾਂ ਪੜ੍ਹਦੇ ਵੀ ਆ ਕਿ ਕਈ ਤਰ੍ਹਾਂ ਦੇ ਯੋਗ ਸਾਧਨ ਕਰਦੇ ਨੇ ਲੋਕ, ਪਰ ਫਿਰ ਵੀ ਕੀ ਹੈ, ਉਹਨਾਂ ਦੀ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਹੁਣ ਇਸੇ ਤਰ੍ਹਾਂ ਗੋਰਖਨਾਥ ਦੀ ਇਹ ਸਿੱਖਿਆ ਮੰਨਦੇ ਨੇ, ਪ੍ਰਾਣਾਮ ਭਾਵ ਕੇ ਪ੍ਰਾਣਾਂ ਨੂੰ ਚਾੜਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਹ ਲੋਕ ਕਹਿ ਰਹੇ ਨੇ ਕਿ ਸਾਡੇ ਮਨ ਨੂੰ ਤ੍ਰਿਪਤੀ ਫਿਰ ਵੀ ਨਹੀਂ ਮਿਲਦੀ। ਆਪ ਉਪਦੇਸ਼ ਆਪ ਦਿਓ ਐਸਾ, ਸ਼ਾਂਤ ਹੋਏ ਮਨ ਸਭ ਕੋ ਜੈਸਾ। ਤੇ ਕਹਿਣ ਲੱਗੇ ਨੇ ਕਿ ਗੁਰੂ ਜੀ ਸਾਡੇ ਉੱਪਰ ਕਰੁਣਾ ਕਰਨੀ ਕਰੋ, ਦਇਆ ਦੇ ਘਰ ਦੇ ਵਿੱਚ ਆਵੋ ਤੇ ਐਸਾ ਉਪਦੇਸ਼ ਸਾਨੂੰ ਦੇਵੋ ਜਿਹਦੇ ਨਾਲ ਇਹ ਸਾਡੇ ਮਨ ਦੀਆਂ ਵਾਸ਼ਨਾਵਾਂ ਨੇ, ਇਹਨਾਂ ਤੋਂ ਸਾਨੂੰ ਤ੍ਰਿਪਤੀ ਮਿਲ ਸਕੇ। ਸੁਨ ਕਰ ਤਿਨ ਕੇ ਬਚ ਜਗਤੇਸ਼ਾ, ਦੇਨ ਲਗੇ ਆਪਨ ਉਪਦੇਸ਼ਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਹਨਾਂ ਨੇ ਉਹਨਾਂ ਲੋਕਾਂ ਦੀ ਗੱਲ ਸੁਣੀ ਹੈ, ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਉਹਨਾਂ ਦੀ ਗੱਲ ਸੁਣੀ ਹੈ, ਹੁਣ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣਾ ਉਪਦੇਸ਼ ਉਹਨਾਂ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਹੈ। ਸਤਿਨਾਮ ਸਿਮਰਹੁ ਲਿਵ ਲਾਈ, ਹਉ ਮੈਂ ਸਗਰੀ ਦੇਹੁ ਮਿਟਾਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਹੈ ਕਿ ਸਤਿਨਾਮ ਦਾ ਜਿਹੜਾ ਧਿਆਨ ਹੈ ਉਹ ਤੁਸੀਂ ਮਨ ਦੀ ਇਕਾਗਰਤਾ ਦੇ ਨਾਲ ਧਰਨਾ ਹੈ, ਜਿਹਦੇ ਨਾਲ ਤੁਹਾਡੇ ਮਨ ਦਾ ਅਹੰਕਾਰ ਉਹ ਤਾਂ ਮਿਟੇਗਾ, ਜਿਹੜੇ ਤੁਹਾਡੇ ਮਨ ਦੀਆਂ ਵਾਸ਼ਨਾਵਾਂ ਨੇ ਉਹ ਵੀ ਸਾਰੀਆਂ ਨਾਸ਼ ਹੋ ਜਾਣਗੀਆਂ, ਤੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਤੁਹਾਡੇ ਹਿਰਦੇ ਦੇ ਵਿੱਚ ਟਿਕ ਜਾਵੇਗਾ। ਜਗਤ ਸਤ ਭਲੇ ਦ੍ਰਿੜ ਕੀਜੈ, ਸਤ ਆਤਮਾ ਏਕ ਜਨੀਜੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਸਿਆ ਹੈ ਕਿ ਆ ਜਿਹੜਾ ਜਗਤ ਤੁਸੀਂ ਦੇਖ ਰਹੇ ਹੋ, ਇਹਨੂੰ ਸਾਰੇ ਜਗਤ ਨੂੰ ਤੁਸੀਂ ਝੂਠਾ ਸਮਝਣਾ ਕਰੋ ਤੇ ਕੇਵਲ ਉਸ ਪਰਮਾਤਮਾ ਨੂੰ ਸੱਚਾ ਕਰਕੇ ਜਾਣਨਾ ਕਰੋ। ਆਸ ਅਭਿਆਸ ਜੇ ਕਰ ਹੋ ਸਜੀਵਾ, ਹੋਏ ਸ਼ਾਂਤ ਮਨ ਕੋ ਸੁਖ ਸੀਵਾ। ਤੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਅਭਿਆਸ ਰੋਜ਼ਾਨਾ ਕਰੋਗੇ, ਤੁਹਾਨੂੰ ਸੁੱਖ ਤਾਂ ਮਿਲਣਗੇ, ਨਾਲ ਤੁਹਾਡੇ ਜਿਹੜੀਆਂ ਇਹ ਮਨ ਦੀਆਂ ਵਾਸ਼ਨਾਵਾਂ ਨੇ ਉਹਨਾਂ ਤੇ ਕਾਬੂ ਤਾਂ ਹੋਵੇਗਾ, ਪਰ ਨਾਲ ਦੇ ਨਾਲ ਤੁਹਾਡੀ ਮੁਕਤੀ ਵੀ ਜਿਹੜੀ ਉਹ ਹੋਣੀ ਨੀਅਤ ਹੈ। ਸੁਨ ਕਰਨ ਹਰਣ ਸਬਨ ਮਨ ਮਾਨਾ, ਕਰਨ ਲਗੇ ਤੇ ਵਿਦ ਸੁਖ ਜਾਨਾ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਮੰਨੀ ਹੈ, ਤੇ ਗੱਲ ਮੰਨ ਕੇ ਸਾਧ ਸੰਗਤ ਸੁੱਖਾਂ ਦੀ ਪ੍ਰਾਪਤੀ ਲਈ ਜਿਹੜੀ ਸਿੱਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਦਿੱਤੀ ਹੈ, ਉਹ ਲੋਕ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖਿਆ ਨੂੰ ਮੰਨ ਕਰਕੇ ਆਪਣੇ ਮਨ ਦੇ ਵਿੱਚ ਦ੍ਰਿੜ ਕਰਕੇ
ਤੇ ਸੁੱਖਾਂ ਦੀ ਪ੍ਰਾਪਤੀ ਲਈ ਉਹ ਕਾਰਜ ਕਰਨ ਲੱਗੇ ਹਨ। ਤੇਹ ਠਾਕਤਕ ਕਾਲ ਗੁਰ ਰਾਖੇ, ਬਹੁਰੋ ਕੀਨ ਗਮਨ ਅਬ ਲਾਖੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਕੁ ਸਮਾਂ ਉਹਨਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਖੰਡ ਦੇ ਵਿੱਚ ਰੱਖਿਆ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਜਦੋਂ ਸਿੱਖਿਆ ਦਿੱਤੀ ਹੈ, ਯੋਗ ਸਾਧਨਾ ਤੋਂ ਹਟਾ ਕਰਕੇ ਪ੍ਰਾਣ ਜਿਹੜੇ ਚੜਾਉਂਦੇ ਸਨ ਉਹਨਾਂ ਤੋਂ ਹਟਾ ਕਰਕੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਸਿੱਖਿਆ ਦੇ ਕਰਕੇ ਅਗਲੇ ਖੰਡ ਦੇ ਵਿੱਚ ਸਾਧ ਸੰਗਤ ਜੀ ਪਹੁੰਚੇ ਹਨ। ਤਿੰਨ ਤੇ ਵਿਦਾ ਹੋਏ ਜਗ ਸਾਈ, ਕਿੰ ਪੁਰਖ ਖੰਡ ਪਰਵੇਸ਼ ਜਾਈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਲੋਕਾਂ ਤੋਂ ਵਿਦਿਆ ਮੰਗੀ ਹੈ, ਤੇ ਵਿਦਿਆ ਮੰਗ ਕੇ ਸਾਧ ਸੰਗਤ ਜੀ ਪਹੁੰਚੇ ਕਿੱਥੇ ਨੇ? ਜਿੱਥੇ ਕਿੰ ਪੁਰਖ ਖੰਡ ਜਿਹੜਾ ਤੀਜਾ ਖੰਡ ਹੈ, ਉਸ ਖੰਡ ਦੇ ਵਿੱਚ ਜਾ ਪ੍ਰਵੇਸ਼ੇ ਹਨ। ਨਗਰ ਸਮੀਪ ਜਾਏ ਕਬਸੇ, ਤਨ ਉਪਕਾਰ ਧਰਿਓ ਧਰ ਜੈਸੇ। ਤੇ ਉਹ ਜਿਹੜਾ ਕਿੰਗ ਪੁਰਖ ਖੰਡ ਹੈ, ਉਸ ਖੰਡ ਦੇ ਇੱਕ ਨਗਰ ਦੇ ਵਿੱਚ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ। ਤੇ ਕਵੀ ਜੀ ਲਿਖਦੇ ਨੇ ਕਿ ਬੈਠੇ ਵੀ ਕਿਸ ਤਰ੍ਹਾਂ ਨੇ ਕਿ ਮਾਨੋ ਕਿ ਉਪਕਾਰ ਨੇ ਧਰਤੀ ਤੇ ਆ ਕਰਕੇ ਸਰੀਰ ਜਿਹੜਾ ਉਹ ਧਾਰਿਆ ਹੋਵੇ। ਧਰਮ ਚੰਦ ਤਹ ਹੁਤੋ ਨਿਰਪਾਲਾ, ਸੰਤਨ ਸੇਵਾ ਕਰਤ ਵਿਸਾਲਾ। ਜਿਹੜੇ ਖੰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਪਹੁੰਚੇ ਨੇ, ਉਸ ਖੰਡ ਦੇ ਵਿੱਚ ਸਾਧ ਸੰਗਤ ਜੀ ਇੱਕ ਧਰਮ ਚੰਦ ਨਾਂ ਦਾ ਜਿਹੜਾ ਰਾਜਾ ਸੀ, ਉਹ ਰਾਜ ਕਰਦਾ ਸੀ। ਤੇ ਮਨ ਦੇ ਵਿੱਚ ਕੀ ਸੀ? ਸੇਵਾ ਭਾਵਨਾ ਭਰੀ ਹੋਈ ਸੀ। ਤੇ ਜਿਹੜਾ ਵੀ ਸੰਤ ਉਹਨਾਂ ਦੇ ਨਗਰ ਦੇ ਵਿੱਚ ਆਉਂਦਾ ਸੀ, ਉਹ ਧਰਮ ਚੰਦ ਨਾਂ ਦਾ ਰਾਜਾ ਉਹਨਾਂ ਦੀ ਸੇਵਾ ਕਰਕੇ ਆਪਣੇ ਮਨ ਦੀ ਤ੍ਰਿਪਤੀ ਕਰਦਾ ਸੀ। ਆਨ ਪ੍ਰਣਾਮ ਕੀਨ ਪਦ ਤਾਹੀ, ਭਾਉ ਵਿਸਾਲ ਜਸ ਮਨ ਮਾਹੀ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਕਿੰ ਪੁਰਖ ਖੰਡ ਦੇ ਵਿੱਚ ਜਾ ਕਰਕੇ ਬਿਰਾਜੇ ਨੇ, ਧਰਮ ਚੰਦ ਨਾਂ ਦੇ ਰਾਜੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਉਣ ਦੀ ਖਬਰ ਸੁਣੀ ਹੈ, ਤੇ ਸਾਧ ਸੰਗਤ ਜੀ ਉਹ ਧਰਮ ਚੰਦ ਨਾਂ ਦਾ ਜਿਹੜਾ ਰਾਜਾ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਣੀ ਪਿਆ ਏ। ਤੇ ਮਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਭਾਵ ਭਾਵ ਕੇ ਜਿਹੜਾ ਪਿਆਰ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਰੱਖ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਬਚਨ ਕੀਤੇ ਹਨ। ਕਹਿਣ ਲੱਗਿਓ ਮੁਝ ਸੇਵ ਬਤਾਵੋ, ਕਹੋ ਸੋ ਕਰੋ ਨ ਬਿਲਮ ਲਗਾਵੋ। ਹੁਣ ਕਹਿਣ ਲੱਗਾ ਏ ਕਿ ਗੁਰੂ ਜੀ ਮੈਨੂੰ ਆਪਣੀ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ? ਤੁਸੀਂ ਜਿਹੜਾ ਵੀ ਹੁਕਮ ਮੈਨੂੰ ਕਰੋਗੇ, ਮੈਂ ਤੁਹਾਡਾ ਉਹ ਹੁਕਮ ਮੰਨਾਂਗਾ ਤੇ ਹੁਕਮ ਮੰਨਣ ਦੇ ਵਿੱਚ ਕੋਈ ਵੀ ਦੇਰੀ ਨਹੀਂ ਕਰਾਂਗਾ। ਸੁਣੀਏ ਸ੍ਰੀ ਅੰਗਦ ਤੇ ਕਾਲਾ, ਮੁਝੇ ਬਨਾਇਓ ਸ਼ੇਰ ਵਿਸਾਲਾ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੱਸ ਰਹੇ ਨੇ ਕਿ ਗੁਰੂ ਜੀ, ਜਦੋਂ ਉਸ ਧਰਮ ਚੰਦ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਕੀਤੇ ਨੇ, ਤੇ ਮੈਨੂੰ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ੇਰ ਬਣਾ ਦਿੱਤਾ। ਕਰਹੁ ਸੇਵ ਜੇ ਭੂਪ ਉਦਾਰਾ, ਪ੍ਰਥਮ ਦੀਜੈ ਸ਼ੇਰ ਆਹਾਰਾ। ਤੇ ਗੁਰੂ ਜੀ ਨੇ ਉਸ ਰਾਜੇ ਨੂੰ ਕਿਹਾ ਹੈ ਕਿ ਹੇ ਰਾਜਨ, ਜੇ ਤੂੰ ਸਾਡੀ ਸੇਵਾ ਕਰਨਾ ਚਾਹੁੰਦਾ ਹੈ
ਜੇ ਤੇਰੇ ਮਨ ਦੇ ਵਿੱਚ ਸੇਵਾ ਦੀ ਭਾਵਨਾ ਹੈ ਤੇ ਆ ਜਿਹੜਾ ਸ਼ੇਰ ਤੈਨੂੰ ਦਿਖਾਈ ਦੇ ਰਿਹਾ ਹੈ ਨਾ, ਸਾਰਿਆਂ ਤੋਂ ਪਹਿਲਾਂ ਤੂੰ ਇਸ ਸ਼ੇਰ ਦੀ ਸੇਵਾ ਉਹ ਕਰਨੀ ਕਰ। ਆਮਿਖ ਅਵਰਨ ਖਾਵਤ ਕਾਊ, ਪਛਤ ਰਾਜ ਪੁੱਤਰ ਹਾਜੋ। ਤੇ ਇਹ ਜਿਹੜਾ ਸ਼ੇਰ ਹੈ ਇਹ ਮਾਸ ਤੋਂ ਬਿਨਾ ਕੁਝ ਨਹੀਂ ਖਾਂਦਾ, ਤੇ ਮਾਸ ਵੀ ਕੇਵਲ ਕਿਹਦਾ ਖਾਂਦਾ ਏ? ਜੇਕਰ ਕੋਈ ਰਾਜੇ ਦਾ ਪੁੱਤਰ ਹੋਵੇ, ਉਸ ਰਾਜੇ ਦੇ ਪੁੱਤਰ ਦਾ ਮਾਸ ਇਹ ਸ਼ੇਰ ਖਾਂਦਾ ਏ, ਹੋਰ ਕਿਸੇ ਦਾ ਮਾਸ ਇਹ ਨਹੀਂ ਖਾਂਦਾ। ਤੇਹ ਪਰਖਨ ਅਸ ਗੁਰੂ ਅਲਾਇਆ, ਸੁਨ ਭੂਪਤ ਹਿਰਦਾ ਡੋਲਾਇਆ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਰਚਾ ਪਾਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਧਰਮ ਚੰਦ ਨੂੰ ਪਰਖਣ ਲਈ ਸਾਧ ਸੰਗਤ ਜੀ ਪ੍ਰੀਖਿਆ ਲਈ ਹੈ ਤੇ ਬਚਨ ਕੀਤਾ ਹੈ। ਪਰ ਸਾਧ ਸੰਗਤ ਜੀ ਧਰਮ ਚੰਦ ਹੈ ਨਾ ਜਿਹੜਾ, ਉਹ ਡੋਲਿਆ ਨਹੀਂ, ਉਸਨੇ ਆਪਣੇ ਮਨ ਨੂੰ ਨਹੀਂ ਡਲਾਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਬਚਨ ਹੈ ਉਹ ਸੱਤ ਕਰਕੇ ਮੰਨਿਆ ਹੈ। ਕਾਹੇ ਉਨਕੇਤ ਪੁੱਤਰ ਹੈ ਮੇਰਾ, ਆਇਸ ਦੇਹੁ ਆਨੋ ਬਿਨ ਦੇਰਾ। ਹੁਣ ਉਸ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਖੁਸ਼ ਕਰਨ ਲਈ ਸਾਧ ਸੰਗਤ ਜੀ ਕੀ ਕੀਤਾ ਹੈ? ਅੱਜ ਸਾਧ ਸੰਗਤ ਜੀ ਆਪਾਂ ਕੀ ਕਰਦੇ ਆਂ? ਆਪਣੇ ਤੋਂ ਕੋਈ ਮਾੜਾ ਕਸ਼ਟ ਪੈ ਜਾਵੇ, ਜੇਕਰ ਆਪਾਂ ਨੂੰ ਕੋਈ ਕਸ਼ਟ ਆ ਜਾਵੇ ਤੇ ਆਪਾਂ ਗੁਰੂ ਦਾ ਦਵਾਰ ਛੱਡ ਕੇ ਤੇ ਕਿਸੇ ਹੋਰ ਅਸਥਾਨਾਂ ਤੇ ਜਾ ਪਹੁੰਚਦੇ ਆਂ ਕਿ ਸ਼ਾਇਦ ਸਾਡਾ ਦੁੱਖ ਕੱਟਿਆ ਜਾਵੇ। ਪਰ ਸਾਧ ਸੰਗਤ ਜੀ ਨਹੀਂ, ਆਪਾਂ ਡੋਲ ਜਾਂਦੇ ਆਂ। ਪਰ ਆਓ ਧਿਆਨ ਮਾਰੀਏ, ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਜਦੋਂ ਭਾਈ ਮਤੀ ਦਾਸ ਉਹਨਾਂ ਦੇ ਸਿਰ ਤੇ ਆਰਾ ਚੱਲ ਰਿਹਾ ਏ ਤੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੈਠੇ ਹੋਏ ਨੇ। ਪਰ ਸਾਧ ਸੰਗਤ ਜੀ ਧਿਆਨ ਗੁਰੂ ਦੀ ਮੂਰਤ ਵੱਲ ਹੈ ਤੇ ਚਿੱਤ ਜਿਹੜਾ ਉਹ ਜਪਜੀ ਸਾਹਿਬ ਪੜ ਰਿਹਾ ਏ, ਡੋਲਿਆ ਨਹੀਂ। ਅਰਦਾਸ ਕੀ ਕੀਤੀ ਹੈ ਕਿ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਾਧ ਸੰਗਤ ਜੀ ਮਤੀ ਦਾਸ ਡੋਲਿਆ ਨਹੀਂ, ਸਤੀ ਦਾਸ ਵੀ ਨਹੀਂ ਡੋਲਿਆ। ਤੇ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਏ ਤਾਂ ਦੇਗ ਦੇਖ ਕੇ ਉਹ ਡਰਿਆ ਨਹੀਂ ਭਾਈ ਦਿਆਲਾ ਜੀ, ਉਲਟਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੱਲ ਵੇਖਦੇ ਹੋਏ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਤਿੰਨਾਂ ਸਿੱਖਾਂ ਨੇ। ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਅੱਕ ਦੇ ਤਸੀਹੇ ਦੇ ਕੇ ਸਾਧ ਸੰਗਤ ਸ਼ਹੀਦ ਕੀਤਾ ਹੈ। ਤੇ ਜੇਕਰ ਆਪਾਂ ਉਹ ਜਿਹਾ ਸਿੱਧਕ ਰੱਖਾਂਗੇ ਨਾ ਤੇ ਗੁਰੂ ਗਾੜੀ ਅਰਦਾਸ ਕਰਾਂਗੇ ਕਿ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਤੇ ਕਿਤੇ ਨਾ ਕਿਤੇ ਸਾਧ ਸੰਗਤ ਜੀ ਆਪਣਾ ਦੁੱਖ ਦੂਰ ਹੋਵੇਗਾ। ਇਹ ਗਰੰਟੀ ਹੈ ਕਿ ਪ੍ਰਮਾਤਮਾ ਸੁੱਖਾਂ ਦਾ ਦਾਤਾ ਹੈ, ਸਾਨੂੰ ਸੁੱਖ ਪ੍ਰਦਾਨ ਕਰਵਾਉਂਦਾ ਹੈ ਦਾਤਾ। ਪਰ ਸਾਧ ਸੰਗਤ ਜੀ ਜਿਹੜਾ ਸਿਦਕ ਹੈ ਉਹ ਨਹੀਂ ਸਾਡਾ ਡੋਲਣਾ ਚਾਹੀਦਾ। ਜੇਕਰ ਸਾਡਾ ਸਿਦਕ ਡੋਲ ਜਾਵੇ ਨਾ ਫਿਰ ਪ੍ਰਮਾਤਮਾ ਵੀ ਸਾਡੇ ਤੇ ਖੁਸ਼ ਨਹੀਂ ਹੁੰਦਾ। ਹੁਣ ਕੀ ਹੈ, ਉਸ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਖੁਸ਼ ਕਰਨ ਲਈ ਕੀ ਕੀਤਾ ਹੈ? ਜਿਹੜਾ ਉਹਦਾ ਪੁੱਤਰ ਹੈ ਨਾ ਸਾਧ ਸੰਗਤ ਜੀ, ਉਸ ਰਾਜੇ ਨੇ ਹੁਕਮ ਕੀਤਾ ਏ ਕਿ ਜੇਕਰ ਤੁਹਾਡਾ ਹੁਕਮ ਹੋਵੇ ਤੇ ਮੇਰਾ ਪੁੱਤਰ ਮੇਰੇ ਘਰ ਦੇ ਵਿੱਚ ਹੈ, ਹੁਕਮ ਦਿਓ ਮੈਂ ਆਪਣਾ ਪੁੱਤਰ ਲਿਆ ਕਰਕੇ ਦੇ ਗਾੜੀ ਭੇਟ ਕਰ ਦਵਾਂ। ਇਉਂ ਕਹ ਪੁੱਤਰ ਬੁਲਾਏ ਪਠਾਇਆ, ਤਿਹ ਸਥਾਨ ਤਤ ਛਿਨ ਸੋ ਆਇਆ। ਹੁਣ ਰਾਜੇ ਨੇ ਆਪਣੇ ਪੁੱਤਰ ਨੂੰ ਮੰਗਵਾਇਆ ਹੈ ਤੇ ਜਦੋਂ ਸਾਧ ਸੰਗਤ ਜੀ ਹੁਕਮ ਹੋਇਆ ਏ ਤੇ ਰਾਜੇ ਦਾ ਹੁਕਮ ਮੰਨ ਕੇ ਉਹਦਾ ਪੁੱਤਰ ਉਸ ਅਸਥਾਨ ਤੇ ਆਇਆ ਏ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦ ਬੈਠੇ ਹੋਏ ਹਨ।
संत सेव में लगा शरीरा, आस विचार कर बांधी तीरा। ते मन दे विच विचार आई है राजे दे कि जेकर मेरा पुੱਤ इन्हां संतां दी सेवा दे विच लग जावे, जेकर मेरे पुੱਤਰ दा शरीर इन्हां संतां दी सेवा दे विच काम आ जावे ते इहदे तो वड्डी होर कोई सेवा नहीं हो सकदी। इस तरह का धीरज साध संगत जी उस राजे ने अपने मन दे विच धारिया है ते उस राजे ने अपना पुत्र गुरु नानक देव जी महाराज जी दे अगे भेंट कीता है। ठाडो कीनो शेर अगारी, धन भूप गुर गिरा उचारी। उस राजे ने अपना पुत्र साध संगत जी उस शेर दे अगे खड़ा कर दिता है। ते जदों पुत्र खड़ा किया है ना, ते गुरु नानक देव जी महाराज जी ने वचन कीते ने कि राजन धन है तू। ये वचन सुनदे सारी साध संगत जी जिहड़ा राजा है ਉਹਦੇ मन दे विच बहुत ज्यादा वैराग आया है। संत सेव में ताव मन राता, सतनाम जप अब सुख दाता। ते गुरु नानक देव जी महाराज जी ने उस राजे नूं आख्या कि राजन ये जेड़ा तेरा मन है ये सच्चे मनो जेड़ा संतां दी सेवा दे विच रत्या होया है। हुण तू की करना है, केवल ते केवल सतनाम भाव के ओ नाश हो रहा जेड़ा परमात्मा है ओदा सिमरन तू मन दे विच करना है ते दुनिया दे सारे सुख तेनू प्राप्त होणगे ते दुनिया दा जेड़ा राज है वो तेरे कोल इसी तरह ही रहेगा। सत संगत में प्रीत तुम्हारी, अंत समागत पाए सुखारी। ते गुरु नानक देव जी महाराज जी ने कहा है कि राजन तेरी जेड़ी प्रीत है वो सत संगत दे विच जुड़ी हुई है ते तू संतां दी सेवा भी सच्चे मनों करदा है ते जद तेरा अंतला समा आवेगा ते तेनू मुक्ति भी जल्दी ही मिल जावेगी। केतक दिवस तह रह जगतेशा, हर कीरत को दे उपदेशा। हुण जगत दे मालक धन गुरु नानक देव जी महाराज कुछ समा उस स्थान ते ठहरे ने ते सारियां नूं उस अकाल पुरख परमात्मा दी वडियाई ये जही सिक्ख्या दे के ते गुरु नानक देव जी महाराज अगले खंड दे वल तुर पए हन। आपर थान के गमन गुसाई, हर वरख खंड हुतो जिथाई। हुण जगत दे मालक धन गुरु नानक देव जी महाराज उस स्थान तो चले ने ते अगे साध संगत जी जिहड़ा हर वर्ख खंड है उस खंड दे विच गुरु नानक देव जी महाराज जा विराजे हन। निकट नगर के बैठे जब ही, तेह को भूपत आयो तब ही। हुण जदों गुरु नानक देव जी महाराज उस खंड दे विच जा करके बैठे ने, उस खंड दा राजा उस वेले साध संगत जी गुरु नानक देव जी महाराज जी दे कोल तत् छिन भाव के बिना देरी तो उस स्थान ते पहुंचा है जिथे गुरु नानक देव जी महाराज ते भाई मर्दाना जी बैठे हुए हन। हाथ बंद बहु बेनती कर कर, रहे चरण पर निज सिर धर कर। बहुत बेनतियां कीतियां ने उस राजे ने हाथ जोड़ करके ते निमरता सह साध संगत जी गुरु नानक देव जी महाराज जी दे चरणां ते मत्था टेकिया है
ਤੇ ਮੱਥਾ ਟੇਕ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਕੁਝ ਬਚਨ ਕੀਤੇ ਹਨ। ਹੋਇ ਅਦੀਨ ਜਬ ਰਹੇ ਉਗਾਰੀ, ਤਬ ਇਉ ਸ੍ਰੀ ਗੁਰ ਗਿਰਾ ਉਚਾਰੀ। ਤੇ ਜਦੋਂ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਹੋਇਆ ਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਦੇ ਅੱਗੇ ਹੁੰਦਿਆਂ ਸਾਰੀ ਸਾਧ ਸੰਗਤ ਜੀ ਆਪਣੇ ਮੁਖ ਤੋਂ ਜਿਹੜੇ ਬਚਨ ਨੇ ਉਹ ਉਚਾਰੇ ਹਨ। ਜੋਏ ਪਦਾਰਥ ਮਨ ਅਵਲਾਖੋ, ਸੋ ਲੀਜੈ ਨਿਜ ਮੁਖ ਤੇ ਭਾਖੋ। ਤੇ ਬਚਨ ਪੜ੍ਹਦੇ ਆ ਨਾ ਸਾਧ ਸੰਗਤ ਜੀ ਆਪਾਂ ਕਿ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਸਾਰਿਆਂ ਨੂੰ ਉਹ ਪ੍ਰਮਾਤਮਾ ਦਾਤਾ ਦਿੰਦਾ ਹੈ, ਪਰ ਦਿੰਦਾ ਕਿਹਨਾਂ ਨੂੰ ਹੈ? ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਜਿਹਦਾ ਤਰੁੱਠ ਪ੍ਰਮਾਤਮਾ, ਜਦੋਂ ਸਾਧ ਸੰਗੀ ਪ੍ਰਮਾਤਮਾ ਕਿਸੇ ਤੇ ਤਰੁੱਠਦਾ ਹੈ ਨਾ, ਉਸ ਨੂੰ ਪ੍ਰਮਾਤਮਾ ਉਹ ਦਾਤ ਦਿੰਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰਾਜੇ ਤੇ ਤਰੁੱਠ ਗਏ ਨੇ ਤੇ ਤਰੁੱਠ ਕੇ ਰਾਜੇ ਨੂੰ ਆਖਿਆ ਕਿ ਰਾਜਨ, ਜਿਹੜੀ ਵੀ ਤੇਰੇ ਮਨ ਦੀ ਇੱਛਾ ਹੈ, ਜਿਹੜਾ ਵੀ ਪਦਾਰਥ ਤੂੰ ਮੰਗਣਾ ਚਾਹੁੰਦਾ ਹੈ, ਬਿਨਾਂ ਝਿਜਕ ਤੋਂ ਸਾਡੇ ਕੋਲ ਮੰਗਣਾ ਕਰ। ਸਤਿਗੁਰ ਕੀ ਸਿੱਖੀ ਉਰ ਧਾਰੋ, ਜਨਮ ਮਰਨ ਕੇ ਬੰਧ ਨਿਵਾਰੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਾਲ ਹੀ ਬਚਨ ਕੀਤਾ ਹੈ ਕਿ ਗੁਰੂ ਦੀ ਸਿੱਖੀ ਮਨ ਦੇ ਵਿੱਚ ਧਾਰਨਾ ਕਰ, ਜਿਹਦੇ ਨਾਲ ਤੇਰਾ ਜਨਮ ਮਰਨ ਜਿਹੜਾ ਉਹ ਕੱਟਿਆ ਜਾਵੇਗਾ ਤੇ ਤੈਨੂੰ ਮੁਕਤੀ ਦਾ ਜਿਹੜਾ ਸਾਧਨ ਉਹ ਪ੍ਰਾਪਤ ਹੋਵੇਗਾ। ਸੁਨ ਬਾਣੀ ਆਪਣੇ ਅਨਕੂਲਾ, ਕਹਾ ਭੂਪ ਤੁਮ ਮੰਗਲ ਮੂਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣਦਿਆਂ ਸਾਧ ਉਸ ਰਾਜੇ ਨੇ ਕਿਹਾ ਹੈ ਕਿ ਗੁਰੂ ਜੀ, ਤੁਸੀਂ ਤਾਂ ਧਰਤੀ ਦੇ ਮੂਲ ਰੂਪ ਹੋ ਤੇ ਸਾਰਿਆਂ ਨੂੰ ਸੁੱਖਾਂ ਦੀ ਪ੍ਰਾਪਤੀ ਕਰਵਾਉਣ ਵਾਲੇ ਸੁੱਖਾਂ ਦੇ ਦਾਤੇ ਹੋ। ਸੁਨੋ ਸੰਤ ਜੀ ਸਭ ਦੁਖ ਸੁਖਦਾਈ, ਹਿਤ ਸੰਤਤ ਬਹੁ ਕੀਏ ਉਪਾਈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੇ ਬੈਠੇ ਨੇ ਤੇ ਸੰਤ ਨੇ ਕਿਹਾ ਹੈ ਕਿ ਗੁਰੂ ਜੀ, ਤੁਸੀਂ ਤਾਂ ਸੁੱਖਾਂ ਦੇ ਦਾਤੇ ਹੋ, ਸੁੱਖ ਪ੍ਰਦਾਨ ਕਰਵਾਉਣ ਵਾਲੇ ਹੋ, ਪਰ ਮੇਰੇ ਮਨ ਦੀ ਇੱਕ ਇੱਛਾ ਹੈ ਕਿ ਮੇਰੇ ਕੋਲ ਕੋਈ ਸੰਤਾਨ ਨਹੀਂ ਤੇ ਮੈਨੂੰ ਸੰਤਾਨ ਦੀ ਲੋੜ ਹੈ, ਤੇ ਜਿਸ ਦੀ ਪ੍ਰਾਪਤੀ ਲਈ ਮੈਂ ਅਨੇਕਾਂ ਯਤਨ ਕੀਤੇ ਹਨ, ਪਰ ਮੈਨੂੰ ਕਿਸੇ ਤੋਂ ਇਹ ਵਰ ਪ੍ਰਾਪਤ ਨਹੀਂ ਹੋਇਆ। ਤੇ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਜਿਹੜਾ ਵਰ ਹੈ ਉਹ ਦੇਣਾ ਕਰੋ। ਕਿਸ ਪ੍ਰਕਾਰ ਅਬਲਾਖ ਨ ਪੂਰੀ, ਕਰ ਉਪਚਾਰ ਰਹੀ ਪੁਨ ਊਰੀ। ਬਹੁਤ ਯਤਨ ਕੀਤੇ ਨੇ ਪਰ ਮੇਰੇ ਮਨ ਦੀ ਇੱਛਾ ਪੂਰੀ ਨਹੀਂ ਹੋਈ। ਇਹ ਜਿਹੜੀ ਮੇਰੀ ਮਨ ਦੀ ਇੱਛਾ ਏ ਇਹ ਅਧੂਰੀ ਹੀ ਰਹੀ ਹੈ। ਜੇ ਅਬ ਤੁਮ ਸੰਤਤ ਦੇਹ ਮੋਹੀ, ਲਿਓ ਰਾਵਰ ਉਪਦੇਸ਼ ਜੋ ਹੋਈ। ਤੇ ਕਹਿਣ ਲੱਗਾ ਕਿ ਗੁਰੂ ਜੀ, ਜੇਕਰ ਤੁਸੀਂ ਮੈਨੂੰ ਸੰਤਾਨ ਦੀ ਬਖਸ਼ਿਸ਼ ਕਰ ਦਵੋ, ਭਾਵ ਕਿ ਜੇਕਰ ਤੁਸੀਂ ਆਪਣੀ ਕਿਰਪਾ ਮੇਰੇ ਤੇ ਕਰ ਦਵੋ, ਤੇ ਜਿਹੜੇ ਵੀ ਬਚਨ ਤੁਸੀਂ ਮੈਨੂੰ ਕਰੋਗੇ ਮੈਂ ਤੁਹਾਡੇ ਬਚਨ ਸੱਚ ਕਰਕੇ ਮੰਨਾਂਗਾ। ਐਸੇ ਬਿਨਤੀ ਸੁਨ ਜਗਨਾਥਾ, ਦਇ ਲਉ ਗੁਦਵੈਤਾ ਕੇ ਹਾਥਾ। ਹੁਣ ਅਜਿਹੇ ਬਚਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਨੇ ਨੇ, ਤੇ ਬਚਨ ਸੁਣਦਿਆਂ ਸਾਰੀ ਸਾਧ ਸੰਗਤ ਜੀ ਕੀ ਕੀਤਾ ਹੈ
ਉਹ ਜਿਹੜਾ ਰਾਜਾ ਹੈ ਉਸ ਰਾਜੇ ਦੇ ਹੱਥ ਉੱਪਰ ਦੋ ਲੌਂਗ ਜਿਹੜੇ ਉਹ ਧਰਨੇ ਕੀਤੇ ਹਨ। ਏਕ ਇਲਾਇਚੀ ਦੇ ਤੇ ਪਾਨੇ ਕਹਿਓ ਦੇਹੋ ਰਾਨੀ ਕੋ ਖਾਨੇ। ਇੱਕ ਇਲਾਚੀ ਉਸ ਰਾਜੇ ਦੇ ਹੱਥ ਦੇ ਵਿੱਚ ਰੱਖੀ ਹੈ ਤੇ ਬਚਨ ਕੀਤੇ ਨੇ ਕਿ ਰਾਜਨ ਇਹ ਜਿਹੜੀ ਇਲਾਚੀ ਹੈ ਨਾ ਇਹ ਤੂੰ ਆਪਣੀ ਇਸਤਰੀ ਨੂੰ ਜਾ ਕਰਕੇ ਦੇਣੀ ਹੈ ਤੇ ਆਪਣੀ ਇਸਤਰੀ ਨੂੰ ਇਹ ਇਲਾਚੀ ਖਾਣ ਲਈ ਤੂੰ ਕਹਿਣਾ ਹੈ। हुआ है संतत सदन तुम्हारे सतनाम जप संज सकारी। ते परमात्मा की कृपा होवेगी तुहाडे घर पुत्र पैदा होवेगा पर करना की है दिन रात उस परमात्मा की याद दे विच जुड़ना है। सत संगत में कीरत सुनिए विषे बासना मन ते हनिए। ते सत संगत दे विच जा करके उस परमात्मा दियां जो कथा कहानियां ने उस परमात्मा जी जो कीर्ति है वो तुसी रोजाना सुननी है ते मन दे विच जेड़े विषय विकार है ਉਹਨਾਂ ਨੂੰ ਤੁਸੀਂ ਤਿਆਗਣਾ ਹੈ। केतक दिवस तै राख्यो डेरा सिखी मग प्रगटाए कनेरा। बहुत समा गुरु नानक देव जी महाराज उन्होंने उस स्थान ते बिताया है। उस स्थान ते समा बिताउण तो बाद गुरु नानक देव जी महाराज साध संगत दी सिੱਖੀ ਦਾ ਜਿਹੜਾ ਮਾਰਗ ਹੈ ਉਹ ਪ੍ਰਗਟ ਕਰਕੇ ਤੇ ਉਥੋਂ ਚੱਲ ਪਏ ਹਨ। ਤਿੰਨ ਤੇ ਹੋਇ ਕਰ ਬਿਦਾ ਬਹੋਰਮ ਗੀ ਕੁਰ ਖੰਡ ਹੋ ਤੋ ਜੇਠੌਰਮ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਉਸ ਰਾਜੇ ਦੇ ਕੋਲੋਂ ਵਿਦਿਆ ਲਈ ਹੈ ਤੇ ਸਾਧ ਸੰਗਤ ਦੀ ਵਿਦਿਆ ਲੈ ਕੇ ਅੱਗੇ ਕੁਰਖੰਡ ਨਾਂ ਦਾ ਜਿਹੜਾ ਖੰਡ ਹੈ ਉਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਹਨ। ਜੈਸਾ ਤਿਨ ਲੋਕਨ ਵਿਵਹਾਰ ਸੁਨ ਸ੍ਰੀ ਅੰਗਦ ਪਰਮ ਉਦਾਰਾ। ਹੁਣ ਜਿਹੋ ਜਿਹਾ ਉਹਨਾਂ ਲੋਕਾਂ ਦਾ ਸੁਭਾਅ ਸੀ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਤੁਸੀਂ ਸੁਣਨਾ ਕਰੋ। ਜਿਹ ਛਿਨ ਤਿਨ ਕੇ ਸੁਤ ਉਪਜਾਈ ਰੋਦਨ ਸਦਨ ਕਰੈ ਤੇ ਆਈ। ਤੇ ਕਹਿ ਰਹੇ ਨੇ ਕਿ ਗੁਰੂ ਜੀ ਉਹ ਜਿਹੜੇ ਕੁਰਖੰਡ ਦੇ ਲੋਕ ਨੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਕੋਈ ਪੁੱਤਰ ਜੰਮਦਾ ਸੀ ਉਹ ਉਸ ਪੁੱਤਰ ਦੀ ਖੁਸ਼ੀ ਨਹੀਂ ਸਨ ਪ੍ਰਗਟਾਉਂਦੇ, ਉਲਟਾ ਕੀ ਕਰਦੇ ਸਨ ਕਿ ਉਸ ਪੁੱਤਰ ਦੇ ਜਨਮ ਦੀ ਖੁਸ਼ੀ ਨਹੀਂ ਮਨਾਉਂਦੇ। ਸਾਧ ਸੰਗਤ ਜੀ ਕੀ ਕਰਦੇ ਸਨ? ਵਿਰਲਾਪ ਕਰਦੇ ਸਨ, ਉੱਚੀ ਉੱਚੀ ਧਾਹਾਂ ਮਾਰਦੇ ਸਨ ਤੇ ਉੱਚੀ ਉੱਚੀ ਪਿੱਟਦੇ ਸਨ। जब को मनुज मृतक हो जावे हास बिलास करत मन पावे। ते जदों किसी मनुख दी मौत हुंदी सी ते उसे खंड दे लोग उच्ची उच्ची साध संगत जी हसदे सन ते खुशियां जड़ियां ओ मनाउंदे सन। ताहा नगर के जाए समीपा बैठ गए बेदी कुल दीपा। गुरु नानक देव जी महाराज बेदी कुल दे दीपक उस स्थान ते पहुंचे ने। हुण गुरु नानक देव जी महाराज जी साध संगत जी उस स्थान ते जा करके बैठ गए ने जिथे एक कर्म जेड़े ओ हो रहे हन। मरदाना सुन का तिन गाथा बूझन लगा प्रभु के साथ।
ਹੁਣ ਜਦੋਂ ਮਰਦਾਨੇ ਨੇ ਇਹ ਸਾਰੀ ਵਾਰਤਾ ਸੁਣੀ ਹੈ, ਸਾਰੀ ਵਾਰਤਾ ਸੁਣ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪੁੱਛਣ ਲੱਗਾ ਏ, ਤੇ ਪੁੱਛ ਕੇ ਸਾਧ ਸੰਗੀ ਆਪਣੇ ਮਨ ਦੀ ਨਿਵਰਤੀ ਕਰੇਗਾ। ਬੜੇ ਕੌਤ ਕੀ ਨਰ ਏ ਥਾਈ, ਦ્વੈ ਬਾਤਾਂ ਬਪਰੀਤ ਕਰਾਈ। ਤੇ ਮਰਦਾਨਾ ਕਹਿ ਰਿਹਾ ਏ ਕਿ ਗੁਰੂ ਜੀ ਇਸ ਅਸਥਾਨ ਦੇ ਜਿਹੜੇ ਲੋਕ ਨੇ ਉਹ ਤਾਂ ਬਹੁਤ ਕੌਤਕੀ ਨੇ, ਬੜੇ ਅਚਰਜੀ ਨੇ। ਕੀ ਕਰਦੇ ਨੇ ਕਿ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਹੈ ਉਦੋਂ ਵਿਰਲਾਪ ਕਰਦੇ ਨੇ, ਤੇ ਜਦੋਂ ਵਿਰਲਾਪ ਦਾ ਸਮਾਂ ਹੁੰਦਾ ਹੈ ਉਦੋਂ ਖੁਸ਼ੀ ਕਰਦੇ ਨੇ। ਇਹਦਾ ਕੀ ਕਾਰਨ ਹੈ ਮੈਨੂੰ ਦੱਸਣਾ ਕਰੋ। ਸ੍ਰੀ ਗੁਰ ਕਾ ਸੁਨੋ ਮਰਦਾਨਾ, ਇਨ ਕਿਰਦ ਅਦਕ ਅਗਿਆਨਾ। ਤੇ ਗੁਰੂ ਜੀ ਕਹਿ ਰਹੇ ਨੇ ਕਿ ਮਰਦਾਨਿਆ ਸੁਣਨਾ ਕਰ, ਇਹ ਲੋਕ ਇਸ ਤਰ੍ਹਾਂ ਕਿਉਂ ਕਰਦੇ ਨੇ? ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਏ। ਇਹਨਾਂ ਲੋਕਾਂ ਨੂੰ ਕਿਸੇ ਚੀਜ਼ ਦਾ ਕੋਈ ਗਿਆਨ ਨਹੀਂ। ਵਾਹਿਗੁਰੂ ਜਬ ਜਗਤ ਪਠਾਵਤ, ਤਬ ਏ ਰੁਦਨ ਕਰਤ ਦੁਖ ਪਾਵਤ। ਤੇ ਜਦੋਂ ਪ੍ਰਮਾਤਮਾ ਆਪਣੀ ਕਿਰਪਾ ਦੇ ਨਾਲ ਕਿਸੇ ਮਨੁੱਖ ਨੂੰ ਇਸ ਜਗਤ ਤੇ ਭੇਜਦਾ ਏ, ਇਹ ਉਸ ਮਨੁੱਖ ਨੂੰ ਦੇਖ ਕਰਕੇ ਖੁਸ਼ ਨਹੀਂ ਹੁੰਦੇ, ਉਲਟਾ ਵਿਰਲਾਪ ਕਰਦੇ ਹਨ। ਹੁਕਮ ਕਰਤ ਜਬ ਬੋਲ ਪਠਾਵਤ, ਤਬ ਮਿਲ ਕਰ ਉਰ ਮੈਂ ਹਰ ਖਾਵਤ। ਤੇ ਜਦੋਂ ਵਾਹਿਗੁਰੂ ਦੀ ਰਜ਼ਾ ਹੁੰਦੀ ਹੈ, ਉਹ ਪ੍ਰਮਾਤਮਾ ਆਪਣੇ ਭੇਜੇ ਹੋਏ ਜੀਵ ਨੂੰ ਆਪਣੇ ਪਾਸ ਸੱਦ ਲੈਂਦਾ ਏ, ਤਾਂ ਉਸ ਵੇਲੇ ਇਹ ਲੋਕ ਨੇ ਜਿਹੜੇ ਉਹ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਪ੍ਰਾਪਤ ਕਰਦੇ ਹਨ। ਅਗਿਆਨ ਸਹਿਤ ਇਨ ਕੋ ਵਿਵਹਾਰ, ਸੁਨੀਏ ਗਿਆਨੀ ਕੇਰ ਅਚਾਰ। ਤੇ ਇਹਨਾਂ ਲੋਕਾਂ ਨੂੰ ਗਿਆਨ ਨਹੀਂ, ਅਗਿਆਨ ਦੇ ਕਾਰਨ ਇਹਨਾਂ ਲੋਕਾਂ ਦਾ ਇਹ ਵਿਵਹਾਰ ਹੈ, ਜਿਹਦੇ ਕਾਰਨ ਇਹ ਆਪਣੇ ਸੁਭਾਅ ਦੇ ਪੱਕੇ ਹੋਏ ਨੇ। ਹੁਣ ਇਹਨਾਂ ਦਾ ਜਿਹੜਾ ਵਿਵਹਾਰ ਹੈ ਉਹ ਤੁਸੀਂ ਮੇਰੇ ਪਾਸੋਂ ਸੁਣਨਾ ਕਰੋ। ਭੇਜੇ ਤੇ ਉਰ ਮੈਂ ਹਰ ਖਾਵਤ, ਬੋਲ ਪਠੇ ਤੇ ਮਨ ਸੁਖ ਪਾਵਤ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਪਰਮਾਤਮਾ ਵੱਲੋਂ ਜਦੋਂ ਮਨੁੱਖ ਨੂੰ ਭੇਜਿਆ ਜਾਂਦਾ ਹੈ, ਤੇ ਜਿਹੜੇ ਗਿਆਨੀ ਪੁਰਸ਼ ਨੇ ਨਾ, ਉਹ ਕੀ ਕਰਦੇ ਨੇ? ਸ਼ੁਕਰਾਨੇ ਦੇ ਵਿੱਚ ਕੀ ਕਰਦੇ ਨੇ ਸਾਧ ਸੰਗਤ ਜੀ? ਜਿਨ੍ਹਾਂ ਨੂੰ ਗਿਆਨ ਹੈ ਉਹ ਪਰਮਾਤਮਾ ਦੇ ਦਰ ਤੇ ਜਾ ਕਰਕੇ ਤੇ ਪਰਮਾਤਮਾ ਦੇ ਸਾਹਮਣੇ ਖੜੇ ਹੋ ਕੇ ਇਹ ਬੇਨਤੀ ਕਰਦੇ ਨੇ ਕਿ ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ। ਅੰਤ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਤੇ ਸਾਧ ਸੰਗਤ ਜੀ ਜਿਹੜੇ ਗਿਆਨੀ ਪੁਰਸ਼ ਨੇ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਰਦਾਨੇ ਨੂੰ ਸਮਝਾ ਰਹੇ ਨੇ ਕਿ ਉਹ ਪ੍ਰਮਾਤਮਾ ਦਾ ਭਾਣਾ ਮੰਨਦੇ ਹਨ। ਸਿਮਰਨ ਕਰਤ ਦੁਬਿਧ ਮਾਹੀ, ਹੁਕਮ ਮਾਨ ਮਨ ਮਤ ਨ ਕਰਾਈ। ਤੇ ਜਦੋਂ ਪ੍ਰਮਾਤਮਾ ਕਿਸ ਨੂੰ ਬੁਲਾਉਂਦਾ ਹੈ, ਉਹ ਪ੍ਰਮਾਤਮਾ ਦੇ ਭਾਣੇ ਨੂੰ ਮੰਨਦੇ ਹੋਏ ਇਸ ਚੀਜ਼ ਨੂੰ ਸਵੀਕਾਰਦੇ ਹਨ, ਤੇ ਕੋਈ ਵੀ ਮਨਮਤ ਜਿਹੜੀ ਉਹ ਨਹੀਂ ਕਰਨੀ ਕਰਦੇ। ਇਸ ਪ੍ਰਕਾਰ ਮਰਦਾਨੇ ਸਾਥਾ, ਪਨਤ ਹੁਤੇ ਤੇ ਸ਼ਿਨ ਜਗਨਾਥਾ। ਹੁਣ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਬਚਨ ਬਿਲਾਸ ਕਰ ਰਹੇ ਸਨ, ਤੇ ਸੁਭਾਵਕ ਹੀ ਸਾਧ ਸੰਗਤ ਜੀ ਉਸ ਸਥਾਨ ਤੇ
ਉਸ ਨਗਰ ਦੇ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਏ ਹਨ। 300 ਬੂਝਤ ਭਾਵਰਦਾਨਾ, ਕਰਹੁ ਆਪਨ ਬਿਰਤੰਤ ਬਖਾਨਾ। ਹੁਣ ਮਰਦਾਨਾ ਕਹਿਣ ਲੱਗਾ, ਕਹਿਣ ਕੀ ਲੱਗਾ ਏ ਕਿ ਤੁਸੀਂ ਆਪਣਾ ਜਿਹੜਾ ਬਿਰਤਾਂਤ ਲੈ ਕੇ ਆਏ ਹੋ ਨਾ, ਉਹ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਆਖ ਨਾ ਕਰੋ। ਭਾਵ ਕਿ ਜਿਹੜੀ ਵੀ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਏ, ਉਹ ਤੁਸੀਂ ਆਪਣੀ ਸ਼ੰਕਾ ਇਸ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਰੱਖਣਾ ਕਰੋ। ਮਰਤ ਹਸਤ ਜਨਮੇ ਤੇਰੋਏ, ਜਾਨਾ ਤੁਮੇ ਗਿਆਨ ਨਾ ਕੋਏ। ਤੇ ਮਰਦਾਨਾ ਕਹਿਣ ਲੱਗਾ ਏ ਕਿ ਜੀਵ ਦੇ ਮਰਨ ਉੱਤੇ ਤੁਸੀਂ ਹੱਸਦੇ ਹੋ, ਤੇ ਜਦੋਂ ਜੀਵ ਦਾ ਜਨਮ ਹੁੰਦਾ ਹੈ ਉਦੋਂ ਤੁਸੀਂ ਰੋਂਦੇ ਹੋ। ਲੱਗਦਾ ਹੈ ਕਿ ਇਹਦੇ ਬਾਰੇ ਤੁਹਾਨੂੰ ਕੋਈ ਗਿਆਨ ਨਹੀਂ, ਤੁਸੀਂ ਅਗਿਆਨ ਦੇ ਅੰਧੇਰੇ ਦੇ ਵਿੱਚ ਫਸੇ ਹੋਏ ਹੋ। ਬੋਲੇ ਤਿਨ ਮੈਂ ਹੁਤੇ ਜੋ ਸਿਆਨੇ, ਇਸ ਵਿਦ ਗਿਆਨ ਹਿਰਦੈ ਹਮ ਜਾਣੇ। ਸਾਧ ਸੰਗਤ ਜੀ, ਉਸ ਸਮੇਂ ਜਿਹੜਾ ਝੁੰਡ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੀਪ ਖਲੋਤਾ ਸੀ ਨਾ, ਉਹਦੇ ਵਿੱਚੋਂ ਕੁਝ ਸਮਝਦਾਰ ਲੋਕ ਉਹ ਬੋਲੇ ਨੇ। ਉਹ ਕਹਿਣ ਲੱਗੇ ਨੇ ਕਿ ਮਰਦਾਨਿਆ, ਸਾਡੇ ਹਿਰਦੇ ਦੇ ਵਿੱਚ ਇਹ ਜਾਣਕਾਰੀ ਹੈ ਕਿ ਜਿਸ ਵੇਲੇ ਜੀਵ ਜੰਮਦਾ ਹੈ ਨਾ, ਜਦੋਂ ਉਹਦਾ ਜਨਮ ਹੁੰਦਾ ਹੈ ਤੇ ਉਹ ਪਰਮਾਤਮਾ ਤੋਂ ਵਿਛੜ ਕੇ ਆਉਂਦਾ ਏ, ਤੇ ਜਦੋਂ ਮਰਦਾ ਏ ਤੇ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਏ। ਜਨਮ ਤੇ ਜਗ ਪਾਵਹਿ ਦੁਖ ਕੋ, ਮਰੇ ਮਿਲੇ ਈਸ਼ਵਰ ਲੈ ਸੁਖ ਕੋ। ਤੇ ਉਹ ਲੋਕ ਕਹਿ ਰਹੇ ਨੇ ਕਿ ਜਦੋਂ ਮਨੁੱਖ ਜੰਮਦਾ ਏ ਤੇ ਸੰਸਾਰ ਵਿੱਚ ਆ ਕਰਕੇ ਦੁੱਖਾਂ ਦਾ ਸਾਹਮਣਾ ਕਰਦਾ ਏ, ਪਰ ਜਦੋਂ ਮਰਦਾ ਏ ਤੇ ਮਰਨ ਤੋਂ ਬਾਅਦ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਪਰਮਾਤਮਾ ਦਾ ਮਿਲਾਪ ਉਸ ਮਨੁੱਖ ਦਾ ਹੋ ਜਾਂਦਾ ਹੈ। ਰੋਵੈ ਹਸੈ ਇਹੀ ਗਤ ਜਾਣੈ, ਸੁਣ ਸ੍ਰੀ ਨਾਨਕ ਬੈਨ ਬਖਾਨੈ। ਤੇ ਕਹਿਣ ਲੱਗੇ ਨੇ ਕਿ ਸਾਡੇ ਰੋਣ ਤੇ ਸਾਡੇ ਹੱਸਣ ਦਾ ਕਾਰਨ ਤਾਂ ਇਹੀ ਹੈ। ਤੇ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਬਚਨ ਸੁਣੇ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਕੀ ਫਰਮਾਇਆ ਹੈ, ਉਹ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ 9 ਖੰਡ ਨੇ, ਉਹਨਾਂ ਦੀ ਯਾਤਰਾ ਕਰਦੇ ਕਰਦੇ ਹੋਏ ਅੱਜ ਤੀਸਰੇ ਚੌਥੇ ਖੰਡ ਦੇ ਵਿੱਚ ਪਹੁੰਚੇ ਨੇ। ਕੱਲ ਹੁਣ ਜਿਹੜੇ ਇਹ ਅਗਿਆਨੀ ਲੋਕ ਨੇ, ਜਿਹੜੇ ਕਿਸੇ ਦੇ ਮਰਨ ਤੇ ਹੱਸਦੇ ਨੇ ਤੇ ਕਿਸੇ ਦੇ ਜਨਮ ਤੇ ਰੋਂਦੇ ਨੇ, ਉਹਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੀ ਬਚਨ ਬਿਲਾਸ ਹੋਣਗੇ, ਉਹ ਸਾਧ ਸੰਗਤ ਜੀ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਆਓ ਬਚਨ ਜਿਹੜਾ ਹੈ ਉਹ ਸਰਵਣ ਕਰੀਏ। ਆਏ ਪ੍ਰਭ ਸਰਣਾਗਤੀ, ਆਏ ਪ੍ਰਭ ਸਰਣਾਗਤੀ। ਆਏ ਪ੍ਰਭ ਸਰਣਾਗਤੀ, ਆਏ ਪ੍ਰਭ ਸਰਣਾਗਤੀ। ਕਿਰਪਾ ਨਿਧ ਦਇਆਲ, ਕਿਰਪਾ ਨਿਧ ਦਇਆਲ। ਕਿਰਪਾ ਨਿਧ ਦਇਆਲ, ਕਿਰਪਾ ਨਿਧ ਦਇਆਲ।
ਏਕ ਅਖਰ ਹਰ ਮਨ ਬਸਤ, ਏਕ ਅਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ। ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ। ਆਏ ਪ੍ਰਭ ਸਰਣਾਗਤੀ, ਆਏ ਪ੍ਰਭ ਸਰਣਾਗਤੀ। ਆਏ ਪ੍ਰਭ ਸਰਣਾਗਤੀ, ਆਏ ਪ੍ਰਭ ਸਰਣਾਗਤੀ। ਆਏ ਪ੍ਰਭ ਸਰਣਾਗਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।